जज्बा टीवी देख रहे सारे ही दर्शकों ਨੂੰ ਮੇਰੇ ਵੱਲੋਂ ਸਰਬਜੀਤ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਪਿਆਰੇ ਦਰਸ਼ਕੋ, ਅੱਜ ਅਸੀਂ ਕਸ਼ਮੀਰ ਦੇ ਮਟਨ ਸਾਹਿਬ ਅਨੰਦਨਾਗ ਗੁਰਦੁਆਰਾ ਸਾਹਿਬ ਵਿਖੇ ਆਏ ਹਾਂ, ਜੋ ਕਿ ਡਿਸਟ੍ਰਿਕਟ ਅਨੰਤਨਾਗ ਦੇ ਵਿੱਚ ਇਹ ਹੈ। ਮਟਨ ਸਾਹਿਬ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਤੁਸੀਂ ਬੋਰਡ ਦੇਖ ਰਹੇ ਹੋ। ਇੱਥੇ ਦਾ ਬੜਾ ਵਿਲੱਖਣ ਇਤਿਹਾਸ ਹੈ ਔਰ ਇਸ ਇਤਿਹਾਸ ਦੇ ਬਾਰੇ ਜਿਹੜੀ ਜਾਣਕਾਰੀ ਇੱਥੇ ਦੇ ਜਿਹੜੇ ਸੇਵਾਦਾਰ ਹੈਗੇ ਨੇ ਉਹਨਾਂ ਦੇ ਨਾਲ ਤੁਹਾਡੀ ਸਿੱਧੀ ਅਸੀਂ ਜਿਹੜੀ ਗੱਲਬਾਤ ਕਰਵਾਵਾਂਗੇ। 120 ਸਾਲ ਪੁਰਾਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਜਿਹੜੇ ਨੇ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਸੁਸ਼ੋਭਿਤ ਨੇ ਔਰ ਅਸੀਂ ਅੰਦਰ ਦਾ ਜਿਹੜਾ ਹੈਗਾ ਤੁਹਾਨੂੰ ਜਾ ਕੇ ਉੱਥੇ ਦੇ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੈਗੇ ਨੇ ਉਹਨਾਂ ਦੇ ਦਰਸ਼ਨ ਵੀ ਤੁਹਾਨੂੰ ਕਰਵਾਵਾਂਗੇ ਔਰ ਨਾਲ ਜਿਹੜੇ ਇੱਥੇ ਦੇ ਗ੍ਰੰਥੀ ਸਿੰਘ ਹੈਗੇ ਨੇ, ਇੱਥੇ ਦੇ ਸੇਵਾਦਾਰ ਨੇ, ਉਹਨਾਂ ਦੇ ਨਾਲ ਇਤਿਹਾਸ ਦਾ ਜਿਹੜਾ ਹੈ ਸਾਂਝ ਜਿਹੜੀ ਹੈ ਉਹ ਤੁਹਾਡੇ ਨਾਲ ਪਵਾਵਾਂਗੇ। ਇੱਥੇ ਦੇ ਜਿਹੜੇ ਸਿੰਘ ਸਾਹਿਬ ਹੈਗੇ ਨੇ ਉਹਨਾਂ ਦੇ ਨਾਲ ਕਰਵਾਵਾਂਗੇ ਔਰ ਇੱਥੇ ਦਾ ਜਿਹੜਾ ਇਤਿਹਾਸ ਹੈ ਅਸੀਂ ਉਹਨਾਂ ਤੋਂ ਜਾਣਕਾਰੀ ਜਿਹੜੀ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਪਹਿਲਾਂ ਆਪਣਾ ਨਾਮ ਦੱਸ ਦਿਓ ਜੀ। ਦਾਸ ਦਾ ਨਾਮ ਸਿਮਰਨਜੀਤ ਸਿੰਘ ਜੀ ਹੈ। ਦਾਸ ਮਟਨ ਸਾਹਿਬ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਮਟਨ ਸਾਹਿਬ ਦੇ ਵਿੱਚ ਕੰਮ ਕਰਦਾ ਹੈ ਤੇ ਸੇਵਾਦਾਰ ਤੇ ਗ੍ਰੰਥੀ ਦਾ ਕੰਮ ਵੀ ਕਰ ਰਿਹਾ ਜੀ। ਸਿੰਘ ਸਾਹਿਬ, ਇੱਥੇ ਦਾ ਜਿਹੜਾ ਮਟਨ ਸਾਹਿਬ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਇਹ ਜੁੜਦਾ ਹੈਗਾ ਔਰ ਇਸ ਇਤਿਹਾਸ ਦੇ ਬਾਰੇ ਜਿਹੜੀ ਹੈ ਤੁਸੀਂ ਪੂਰੀ ਜਾਣਕਾਰੀ ਜਿਹੜੀ ਹੈ ਸਾਡੇ ਨਾਲ ਸਾਂਝੀ ਕਰੋ ਤਾਂ ਜੋ ਅਸੀਂ ਇੱਥੇ ਦਾ ਜਿਹੜਾ ਇਤਿਹਾਸ ਹੈ ਉਹ ਆਪਣੇ ਚੈਨਲ ਦੇ ਉੱਪਰ ਸਭ ਸੰਗਤਾਂ ਤੱਕ ਜਿਹੜਾ ਉਹ ਪਹੁੰਚਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਨ 1517 ਈਸਵੀ ਦੀ ਗੱਲ ਹੈ, ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਤੀਸਰੀ ਉਦਾਸੀ ਦੇ ਵਿੱਚ ਜੰਮੂ ਕਸ਼ਮੀਰ ਦੀ ਯਾਤਰਾ ਕਰਦਿਆਂ ਹੋਇਆਂ ਇਸ ਪਾਵਨ ਧਰਤੀ ਮਟਨ ਸਾਹਿਬ ਤੇ ਪਹੁੰਚੇ ਤੇ ਆਪ ਗੁਰੂ ਨਾਨਕ ਪਾਤਸ਼ਾਹ ਇੱਥੇ 15 ਦਿਨ ਠਹਿਰੇ ਹਨ। ਤੇ ਇੱਥੇ ਇੱਕ ਵਿਦਵਾਨ ਪੰਡਤ ਸੀ ਜਿਸ ਦਾ ਨਾਮ ਪੰਡਤ ਬ੍ਰਹਮਦਾਸ ਸੀ। ਇੱਥੋਂ 11 ਕਿਲੋਮੀਟਰ ਦੀ ਦੂਰੀ ਤੇ ਇੱਕ ਪਿੰਡ ਹੈ ਜਿਹਨੂੰ ਬੀਜਬੈੜਾ ਕਹਿੰਦੇ ਹਨ, ਉੱਥੇ ਦਾ ਰਹਿਣ ਵਾਲਾ ਸੀ। ਤੇ ਪੰਡਤ ਬ੍ਰਹਮਦਾਸ ਜੀ ਨੂੰ ਦੱਸਿਆ ਗਿਆ ਕਿ ਭਾਈ ਇੱਥੇ ਕੋਈ ਆਪ ਜੀ ਕੋਲੋਂ ਵੀ ਵੱਡਾ ਕੋਈ ਗਿਆਨੀ ਆਇਆ ਹੋਇਆ ਹੈ, ਆਪ ਜੀ ਉਹਨਾਂ ਨਾਲ ਜਾ ਕੇ ਮੁਲਾਕਾਤ ਕਰੋ। ਤੇ ਉਸ ਤੋਂ ਬਾਅਦ ਪੰਡਤ ਬ੍ਰਹਮਦਾਸ ਜੀ ਨੇ ਜਿਹੜੀ ਪੁਸਤਕਾਂ ਲਿਖੀਆਂ ਹੋਈਆਂ ਸਨ, ਕਿਉਂਕਿ ਪੰਡਤ ਬ੍ਰਹਮਦਾਸ ਜੀ ਆਪ ਇੱਕ ਸਕਾਲਰ ਸਨ, ਰਾਈਟਰ ਸਨ ਤੇ ਲੋਕਾਂ ਨੂੰ ਜਾ ਕੇ ਗਿਆਨ ਦਿੰਦੇ ਸਨ। ਉਹਨਾਂ ਨੇ ਉਹ ਕਿਤਾਬਾਂ ਬਲਾਕ ਆਰਟ ਯਾਨੀ ਗੱਡੇ ਦੇ ਵਿੱਚ ਭਰੀਆਂ ਤੇ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਇੱਥੇ ਪਹੁੰਚ ਕੇ ਰੱਖ ਦਿੱਤੀਆਂ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਕਿਤਾਬਾਂ ਵੇਖੀਆਂ, ਪੁਸਤਕਾਂ ਵੇਖੀਆਂ ਤੇ ਉਹਨਾਂ ਨੇ ਪੰਡਤ ਬ੍ਰਹਮਦਾਸ ਜੀ ਨੂੰ ਕਿਹਾ ਕਿ ਭਾਈ ਇਹਨਾਂ ਪੁਸਤਕਾਂ ਦੇ ਵਿੱਚ ਕੀ ਲਿਖਿਆ ਹੋਇਆ ਹੈ। ਇਹ ਪੁਸਤਕਾਂ ਤੁਸੀਂ ਲਿਖੀਆਂ ਹਨ, ਇਹ ਪਹਿਲੇ ਆਪ ਪੜ੍ਹੀਆਂ ਹਨ। ਪੰਡਤ ਬ੍ਰਹਮਦਾਸ ਨੂੰ ਇਹ ਗੱਲ ਸਮਝ ਨਹੀਂ ਆਈ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਹਿ ਦਿੱਤਾ, ਪੜ੍ਹ ਗੱਡੀ ਲੱਦੀ ਹੈ, ਪੜ੍ਹ ਪਰੀਏ ਸਾਥ, ਪੜ੍ਹ ਬੇੜੀ ਪਾਈਏ, ਪੜ੍ਹ ਗੱਡੀਏ ਖਾਦ। ਇਹ ਆਸਾ ਦੀ ਵਾਰ ਦਾ ਸ਼ਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ। ਇਹ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਨੇ ਪੰਡਤ ਬ੍ਰਹਮਦਾਸ ਜੀ ਨੂੰ ਇੱਥੇ ਪੜ੍ਹ ਕੇ ਸੁਣਾਇਆ, ਸਰਵਣ ਕਰਵਾਇਆ। ਜਦੋਂ ਇਹ ਸ਼ਲੋਕ ਪੰਡਤ ਬ੍ਰਹਮਦਾਸ ਜੀ ਨੇ ਸੁਣਿਆ ਤੇ ਉਸ ਦੇ ਦਿਲ ਦਾ ਜਿਹੜਾ ਅੰਦਰ ਹਨੇਰਾ ਸੀ ਉਹ ਮਿਟ ਗਿਆ, ਰੋਸ਼ਨੀ ਆ ਗਈ, ਹੰਕਾਰ ਟੁੱਟ ਗਿਆ। ਤੇ ਪੰਡਤ ਬ੍ਰਹਮਦਾਸ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਕਹਿ ਦਿੱਤਾ ਕਿ ਮੈਨੂੰ ਆਪਣੇ ਚਰਨ ਨਾਲ ਜੋੜ ਲਿਓ, ਮੈਂ ਹੁਣ ਆਪ ਜੀ ਨਾਲ ਹੀ ਰਹਿਣਾ ਚਾਹੁੰਦਾ। ਤੇ ਗੁਰੂ ਨਾਨਕ ਪਾਤਸ਼ਾਹ ਨੇ ਪੰਡਤ ਬ੍ਰਹਮਦਾਸ ਨੂੰ ਸਿੱਖੀ ਦੇ ਪ੍ਰਚਾਰ ਦਾ ਅਹੁਦਾ ਸੌਂਪ ਕੇ ਆਪਾਂ ਨਾਲ ਉਹਨੂੰ ਰੱਖ ਲਿਆ, ਆਪਾਂ ਨਾਲ ਜੋੜ ਲਿਆ। ਤੇ ਉਸ ਤੋਂ ਬਾਅਦ ਫਿਰ ਪੰਡਤ ਬ੍ਰਹਮਦਾਸ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਆਪਣੇ ਘਰ ਬੁਲਾਇਆ ਤੇ ਕਹਿਣ ਲੱਗੇ, ਭਾਈ ਤੁਸੀਂ ਸਾਡੇ ਘਰ ਆਓ, ਇੱਥੇ ਜਲ ਪਾਣੀ ਛਕੋ, ਸਾਡੇ ਕੋਲ ਰਹੋ। ਗੁਰੂ ਨਾਨਕ ਪਾਤਸ਼ਾਹ ਨੇ ਪੰਡਤ ਬ੍ਰਹਮਦਾਸ ਦੀ ਗੱਲ ਮੰਨ ਕੇ 3 ਦਿਨ ਪੰਡਤ ਬ੍ਰਹਮਦਾਸ ਦੇ ਘਰ ਠਹਿਰੇ ਨੇ। ਇਸ ਕਰਕੇ ਬੀਜਬੈੜਾ ਦੇ ਵਿੱਚ ਗੁਰਦੁਆਰਾ ਸ਼ੋਭਤ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਉੱਥੇ ਆਏ ਨੇ ਤੇ ਪੰਡਤ ਬ੍ਰਹਮਦਾਸ ਦੇ ਘਰ ਠਹਿਰੇ ਨੇ। ਤੇ ਪਿੱਛੇ ਫਿਰ ਗੁਰੂ ਨਾਨਕ ਪਾਤਸ਼ਾਹ ਚੌਥੀ ਉਦਾਸੀ ਵਿੱਚ ਚਲੇ ਗਏ ਇੱਥੋਂ ਚਾਲੇ ਪਾਉਂਦੇ ਹੋਇਆਂ, ਤੇ ਪਿੱਛੇ ਜਿਹੜਾ ਸਿੱਖੀ ਦਾ ਪ੍ਰਚਾਰ ਸੀ ਉਹ ਪੰਡਤ ਬ੍ਰਹਮਦਾਸ ਚਲਾਉਂਦਾ ਰਿਹਾ। ਪੰਡਤ ਬ੍ਰਹਮਦਾਸ ਦੇ ਪਰਿਵਾਰ ਵਿੱਚੋਂ ਕਿਰਪਾ ਰਾਮਦਾਸ ਪੈਦਾ ਹੋਇਆ
ਤੇ ਉਸ ਕਿਰਪਾ ਰਾਮ ਦਾਸ ਦੀ ਅਗਵਾਈ ਵਿੱਚ ਜਦੋਂ ਔਰੰਗਜ਼ੇਬ ਕਸ਼ਮੀਰੀ ਪੰਡਤਾਂ ਬ੍ਰਾਹਮਣਾਂ ਤੇ ਜ਼ੁਲਮ ਕਰ ਰਿਹਾ ਸੀ, ਉਹਨਾਂ ਨੂੰ ਧਰਮ ਬਦਲੀ ਵਾਸਤੇ ਕਹਿ ਰਿਹਾ ਸੀ, ਤੇ ਕਿਰਪਾ ਰਾਮ ਦੀ ਜਿਹੜੀ ਕਿਰਪਾ ਰਾਮ ਦਾਸ ਦੀ ਅਗਵਾਈ ਵਿੱਚ ਕਸ਼ਮੀਰੀ ਬ੍ਰਾਹਮਣ 500 ਜੱਥਾ ਜਿਹੜਾ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਕੋਲ ਗਿਆ ਅਨੰਦਪੁਰ ਸਾਹਿਬ। ਉੱਥੇ ਜਾ ਕੇ ਉਹਨਾਂ ਨੇ ਉਹਨਾਂ ਨਾਲ ਮੁਲਾਕਾਤ ਕੀਤੀ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਯੂ ਜਿਹੜੀ ਸੀ ਉਹ 9 ਤੋਂ 10 ਸਾਲ ਦੀ ਸੀ। ਜਿਹੜੇ ਕਸ਼ਮੀਰੀ ਬ੍ਰਾਹਮਣ ਸਨ ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਰੋ ਰਹੇ ਸਨ, ਉਹਨਾਂ ਨੂੰ ਕਹਿ ਰਹੇ ਸਨ ਕਿ ਭਾਈ ਸਾਨੂੰ ਔਰੰਗਜ਼ੇਬ ਧਰਮ ਬਦਲੀ ਵਾਸਤੇ ਕਹਿ ਰਿਹਾ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਬਾਰ ਵਿੱਚ ਆ ਗਏ ਤੇ ਕਹਿਣ ਲੱਗੇ, ਪਿਤਾ ਜੀ ਇਹ ਕਿਹੜੇ ਨੇ, ਇੱਕ ਦੁਖਿਆਰੀ ਨੇ, ਇਹਨਾਂ ਦੇ ਅੱਖਾਂ ਵਿੱਚ ਹੰਝੂ ਕਿਉਂ ਹਨ? ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਹਿ ਦਿੱਤਾ ਕਿ ਇਹਨਾਂ ਨੂੰ ਜ਼ਬਰਦੋਜ਼ ਦੇ ਨਾਲ ਇਹਨਾਂ ਨੂੰ ਧਰਮ ਬਦਲੀ ਵਾਸਤੇ ਕਿਹਾ ਜਾ ਰਿਹਾ ਹੈ। ਤੇ ਗੁਰੂ ਗੋਬਿੰਦ ਸਿੰਘ ਨੇ ਮਹਾਰਾਜ ਨੇ ਕਹਿ ਦਿੱਤਾ ਕਿ ਭਾਈ ਇਸ ਕੌਮ ਨੂੰ ਬਚਾਉਣ ਵਾਸਤੇ ਕਿਸੇ ਇੱਕ ਨੂੰ ਸ਼ਹੀਦੀ ਪ੍ਰਾਪਤ ਕਰਨੀ ਪਊਗੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪਿਤਾ ਨੂੰ ਚੁਣਿਆ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਔਰੰਗਜ਼ੇਬ ਨੂੰ ਲਲਕਾਰ ਕੇ ਕਹਿ ਦਿੱਤਾ ਕਿ ਜੇਕਰ ਗੁਰੂ ਧਰਮ ਬਦਲੀ ਕਰਨਗੇ ਫਿਰ ਸਾਰੇ ਹੀ ਧਰਮ ਬਦਲੀ ਕਰਨਗੇ। ਔਰੰਗਜ਼ੇਬ ਨੂੰ ਗੁੱਸਾ ਆਇਆ, ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰੀ ਦਾ ਹੁਕਮ ਜਾਰੀ ਕਰ ਦਿੱਤਾ। ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ ਤੇ ਉਹਦੇ ਨਾਲ 5 ਸਿੰਘ ਨਾਲ ਹੋਰ ਸਨ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਆਪ ਗੁਰੂ ਤੇਗ ਬਹਾਦਰ ਸਾਹਿਬ ਜੀ। ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਉਬਾਲਿਆ ਗਿਆ, ਮਤੀ ਦਾਸ ਨੂੰ ਆਰੇ ਨਾਲ ਚਰਾਇਆ ਗਿਆ, ਸਤੀ ਦਾਸ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਤਾਂ ਕਿ ਗੁਰੂ ਤੇਗ ਬਹਾਦਰ ਜੀ ਸ਼ਾਇਦ ਡੋਲ ਜਾਣਗੇ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨਹੀਂ ਡੋਲੇ। ਉਹਨਾਂ ਨੇ ਕਹਿ ਦਿੱਤਾ ਕਿ ਭਾਈ ਸਾਨੂੰ ਧਰਮ ਕਬੂਲ ਨਹੀਂ ਹੈ। ਤੇ ਫਿਰ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਕਰ ਦਿੱਤਾ। ਜਿਹੜਾ ਕਿਰਪਾ ਰਾਮ ਦਾਸ ਸੀ ਉਹਨੇ ਗੁਰੂ ਗੋਬਿੰਦ ਸਿੰਘ ਪਾਸੋਂ ਅੰਮ੍ਰਿਤ ਦੀ ਭੌਲ ਛਕ ਲਈ ਤੇ ਕਿਰਪਾਲ ਸਿੰਘ ਬਣ ਗਿਆ। ਉਹ ਕਿਰਪਾਲ ਸਿੰਘ ਬਣ ਕੇ 40 ਜਿਹੜੇ ਸਿੰਘ ਸਨ ਗੁਰੂ ਗੋਬਿੰਦ ਸਿੰਘ ਦੇ ਨਾਲ ਉਹਨਾਂ ਦੇ ਵਿੱਚ ਸ਼ਾਮਲ ਹੋ ਗਿਆ। ਜਦੋਂ ਮੁਕਤਸਰ ਤੇ ਜੰਗ ਹੋਈ ਤੇ ਕਿਰਪਾਲ ਸਿੰਘ ਵੀ ਸ਼ਹੀਦੀ ਪ੍ਰਾਪਤ ਕਰ ਗਏ, ਯਾਨੀ ਜੰਮੂ ਕਸ਼ਮੀਰ ਦਾ ਪਹਿਲਾ ਸਿੱਖ ਮਟਨ ਸਾਹਿਬ ਦੀ ਧਰਤੀ ਤੋਂ ਹੀ ਬਣਿਆ ਹੈ। ਤੇ ਇਸ ਮਟਨ ਸਾਹਿਬ ਦੀ ਧਰਤੀ ਤੋਂ ਹੀ 500 ਬ੍ਰਾਹਮਣ ਜਿਹੜੇ ਸਨ ਕਸ਼ਮੀਰੀ ਉਹ ਗੁਰੂ ਤੇਗ ਬਹਾਦਰ ਸਾਹਿਬ ਕੋਲ ਫਰਿਆਦ ਲੈ ਕੇ ਗਏ ਸਨ। ਉਸ ਤੋਂ ਬਾਅਦ 1906 ਦੇ ਵਿੱਚ ਇੱਥੇ ਗੁਰਦੁਆਰੇ ਕੰਸਟਰਕਸ਼ਨ ਕਰਵਾਏ ਗਏ ਸਨ ਹਰੀ ਸਿੰਘ ਨਲਵਾ ਦੀ ਅਗਵਾਈ ਦੇ ਵਿੱਚ, ਜਿਨ੍ਹਾਂ ਦੇ ਵਿੱਚ 7 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖੇ ਗਏ ਸਨ ਹੱਥ ਲਿਖਤ, ਜਿਹੜੇ ਅੱਜ ਤੱਕ ਇੱਥੇ ਮੌਜੂਦ ਹਨ। ਪਰ 1906 ਦੇ ਵਿੱਚ ਜਦੋਂ ਡੋਗਰਾ ਰਾਜ ਰੂਲਿੰਗ ਪਾਵਰ ਤੇਜ਼ ਹੋ ਗਈ ਤੇ ਉਹਨਾਂ ਨੇ ਸਿੱਖ ਸੰਗਤ ਨੂੰ ਕਹਿ ਦਿੱਤਾ ਕਿ ਭਾਈ ਅਸੀਂ ਤੁਹਾਡੇ ਵਾਸਤੇ ਨਵੇਂ ਗੁਰਦੁਆਰੇ ਸ਼ੋਭਤ ਕਰਾਂਗੇ, ਪਰ ਧੋਖਾ ਹੋ ਗਿਆ, ਗੁਰਦੁਆਰੇ ਸ਼ੋਭਤ ਨਹੀਂ ਹੋਏ। ਉਸ ਤੋਂ ਮਗਰੋਂ ਡੋਗਰਾ ਰਾਜ ਵਿੱਚ ਹੀ ਗੁਰਦੁਆਰੇ ਸਾਰੇ ਢਹਿ ਢੇਰੀ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਸਨ ਉਹ ਇੱਥੇ ਰੱਖੇ ਗਏ, ਕਿਉਂਕਿ ਇਹ ਜਿਹੜਾ ਸਰਾਂ ਹੈ ਇਹਦੇ ਵਿੱਚ ਛੋਟੇ ਛੋਟੇ ਕਮਰੇ ਹੁੰਦੇ ਸਨ, ਇਹ ਰਹਿਣ ਵਾਸਤੇ ਜਗ੍ਹਾ ਸੀ। ਫਿਰ ਇਸ ਤੋਂ ਬਾਅਦ ਵਿੱਚੋਂ ਮਗਰੋਂ ਗੁਰਦੁਆਰਾ ਇੱਥੇ ਹੀ ਸ਼ੋਭਤ ਹੋਇਆ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ ਜਿਹੜੇ 7 ਗੁਰਦੁਆਰੇ ਸਨ ਉਹ ਢਹਿ ਢੇਰੀ ਹੋ ਗਏ। 7 ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਹੱਥ ਲਿਖਤ ਸਰੂਪ ਹਨ ਉਹ ਗੁਰਦੁਆਰਾ ਗੁਰੂ ਨਾਨਕ ਮਟਨ ਸਾਹਿਬ ਦੇ ਵਿੱਚ ਮੌਜੂਦ ਹਨ, ਜਿੱਥੇ ਉਹ ਦੂਰੋਂ ਦੂਰੋਂ ਤੋਂ ਸੰਗਤਾਂ ਆਉਂਦੀਆਂ ਹਨ, ਬਾਹਰੋਂ ਵਿਦੇਸ਼ ਤੋਂ ਵੀ ਸੰਗਤਾਂ ਆਉਂਦੀਆਂ, ਦੇਸ਼ ਤੋਂ ਵੀ ਸੰਗਤਾਂ ਆਉਂਦੀਆਂ, ਸਿੱਖ ਸੰਗਤਾਂ ਆਉਂਦੀਆਂ, ਹੋਰ ਹਿੰਦੂ ਧਰਮ ਦੀਆਂ ਸੰਗਤਾਂ ਆਉਂਦੀਆਂ, ਇੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਦੀਆਂ। ਸਿੰਘ ਸਾਹਿਬ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਹੱਥ ਲਿਖਤ ਸ਼ੋਭਿਤ ਨੇ ਉਹਨਾਂ ਦੇ ਦਰਸ਼ਨ ਕਰਵਾ ਸਕਦੇ ਹੋ ਸਾਨੂੰ? ਜੀ ਤੁਹਾਨੂੰ ਦਰਸ਼ਨ ਕਰਾ ਸਕਦੇ ਆ, ਪਰ ਸ਼ੀਸ਼ੇ ਦੇ ਅੰਦਰ ਹੀ ਦਰਸ਼ਨ ਕਰ ਸਕਦੇ ਨੇ, ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਸਰੂਪ ਹਨ ਇਹ ਬਿਰਧ ਹਨ ਤੇ ਆਪ ਜੀਆਂ ਨੂੰ ਦਰਸ਼ਨ ਕਰਵਾਵਾਂਗੇ। ਸ਼ੀਸ਼ੇ ਦੇ ਅੰਦਰ ਫੋਟੋ ਵੀ ਰੱਖੀ ਗਈ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਵੀ ਹੌਲੀ ਹੌਲੀ ਕਰਾ ਸਕਦੇ ਹਾਂ। ਠੀਕ ਹੈ ਸਿੰਘ ਸਾਹਿਬ। ਪਿਆਰੇ ਦਰਸ਼ਕੋ, ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਹੱਥ ਲਿਖਤ ਸਰੂਪ ਹਨ ਉਹਨਾਂ ਦੇ ਦਰਸ਼ਨ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਸਿੰਘ ਸਾਹਿਬ ਜੀ ਦੇ ਜ਼ਰੀਏ ਕਰਵਾਉਣ ਜਾ ਰਹੇ ਹਾਂ। ਇਹ 120 ਸਾਲ ਪੁਰਾਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਹਨ। ਇਹ ਹੈ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੱਥ ਲਿਖਤ, ਜੋ ਕਿ 120 ਸਾਲ ਪੁਰਾਣੀ ਸਿੰਘ ਸਾਹਿਬ ਦਰਸ਼ਨ ਕਰਵਾ ਰਹੇ ਨੇ।
ਮੇਰੀਆਂ ਆਪ ਸਭ ਸੰਗਤਾਂ ਨੂੰ ਇਹ ਨਿਮਰਤਾ ਸਹਿਤ ਬੇਨਤੀ ਹੈ ਕਿ ਜਦੋਂ ਵੀ ਕਦੇ ਤੁਹਾਡਾ ਕਸ਼ਮੀਰ ਸ਼੍ਰੀਨਗਰ ਵਾਲੀ ਸਾਈਡ ਤੁਸੀਂ ਆਓ ਤਾਂ ਜ਼ਰੂਰ ਦਰਸ਼ਨ ਕਰਕੇ ਗੁਰਦੁਆਰਾ ਸ਼੍ਰੀ ਮਟਨ ਸਾਹਿਬ ਦੇ ਜਾਓ, ਕਿਉਂਕਿ ਇੱਥੇ ਦਾ ਸਾਡਾ ਜਿਹੜਾ ਪੁਰਾਤਨ ਇਤਿਹਾਸ ਹੈ, ਸਾਡਾ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆ ਕੇ ਰੁਕੇ ਸਨ ਔਰ ਪੰਡਤ ਬ੍ਰਹਮਦੱਤ ਜੀ ਦੇ ਨਾਲ ਉਹਨਾਂ ਨੇ ਇੱਥੇ ਵਾਰਤਾਲਾਪ ਕੀਤੀ ਸੀ। ਔਰ ਇਹ ਜਿਹੜੇ ਸਰੂਪ ਹੈਗੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਇਹ ਇੱਥੇ ਸੁਸ਼ੋਭਿਤ ਨੇ। ਇਹਨਾਂ ਦੇ ਆ ਕੇ ਦਰਸ਼ਨ ਕਰਕੇ ਜਾਓ ਔਰ ਆਪ ਔਰ ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਲਿਆ ਕੇ ਇੱਥੇ ਦੀ ਜਿਹੜਾ ਇਤਿਹਾਸ ਹੈ ਉਸ ਦੇ ਨਾਲ ਉਸ ਦੀ ਜਿਹੜੀ ਹੈ ਸਾਂਝ ਪਵਾਓ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਓ। कितनी बजे